आवाज़ दी दुनिया दे दोस्तों हाजिर है तुहाडी दोस्त सीमा गरेवाल लैके जी एक लेख जो कि बलराज सिंह सिद्धू जी का लिखा हुआ है। तो लेख का नाम पता की है? भूतां वाला चौक। हाँ जी, भूतां वाला चौक। इस लेख दे विच की है इहो ते दस्सण हाजिर हुई हां जी तुहाडी खिदमत विच। पर उस दे लई तुहानूं जाना पेगा मेरे नाल इंग्लैंड आवाज़ दीआं तरंगां दे उत्ते। आओ ना फिर चलदे हां। बलराज जी लिखदे ने कि इंग्लैंड दा मार्गी नक्शा चुक के देखो तां बीही विच लिटे शराबी वांग विच ही हेठले खब्बे खुंजे विच एक मोटी नीली लकीर दिखाई देवेगी। रुसे हुए जवाई वांग एक पासे लगी रेखा मोटरवे M5 है जो दक्षिणी बर्मिंघम के वैस्ट ब्रॉमिच इलाके तो निकल के एक्सेटर तक जाता है। एक्सेटर डेवन इसका अखीरला जंक्शन 31 है तो जे उत्थों पिछे नूं मुड़ के आईए तो वैस्ट ब्रॉमिच का एक जंक्शन लंघण बाद ये मोटरवे M6 मोटरवे नूं जंक्शन 8 ਅਤੇ 9 ਦੇ ਵਿਚਾਲੇ ਜਾ ਕੇ ਜੱਫੀ ਪਾਉਂਦਾ ਹੈ ਤੇ ਉਸ ਦੇ ਵਿੱਚ ਸਮਾ ਜਾਂਦਾ ਹੈ। ਬੇਸ਼ੱਕ ਤੁਸੀਂ ਦੱਖਣੀ ਬੈਂਡ ਤੋਂ ਆਵੋ ਚਾਹੇ ਉੱਤਰੀ ਬੈਂਡ ਤੋਂ, ਜਦੋਂ ਇਸ ਮੋਟਰਵੇ ਦੇ ਜੰਕਸ਼ਨ 1 ਤੇ ਤੁਸੀਂ ਨਿਕਲਦੇ ਹੋ ਤਾਂ ਛੜੇ ਜੇੜ ਦੇ ਵਾਂਗ ਤੁਹਾਡੇ ਮੱਥੇ ਜਿਹੜਾ ਚੱਕਰ ਚੌਕ ਲੱਗਦਾ ਹੈ ਉਸ ਨੂੰ ਅੰਗਰੇਜ਼ ਹਾਂਟਡ ਰਾਉਂਡ ਅਬਾਊਟ ਕਹਿੰਦੇ ਹਨ ਤੇ ਆਪਣੇ ਦੇਸੀ ਭੂਤਾਂ ਵਾਲਾ ਚੌਕ। ਭੂਤਾਂ ਵਾਲੇ ਚੌਕ ਨਾਲ ਸੰਬੰਧਿਤ ਬਹੁਤ ਸਾਰੀਆਂ ਮਿੱਥਾਂ, ਅਫਵਾਹਾਂ, ਘਟਨਾਵਾਂ ਤੇ ਕਿੱਸੇ ਜੁੜੇ ਹੋਏ ਹਨ। ਪੁਰਾਣੇ ਕਈ ਲੋਕਾਂ ਨੇ ਇੱਥੇ ਭੂਤਾਂ ਦੇਖਣ ਜਾਂ ਅਣਹੋਣੀਆਂ ਘਟਨਾਵਾਂ ਘਟਣ ਦਾ ਦਾਅਵਾ ਕੀਤਾ ਹੈ। ਅੱਧੀ ਰਾਤ ਨੂੰ ਸੋਹਣੀ ਜਿਹੀ ਮੁਟਿਆਰ ਵੱਲੋਂ ਲਿਫਟ ਮੰਗਣ ਦੀ ਕਹਾਣੀ ਅਨੇਕਾਂ ਟਰੱਕ ਡਰਾਈਵਰ ਸੁਣਾ ਚੁੱਕੇ ਹਨ। ਉਹਨਾਂ ਸਭ ਦਾ ਮੁੱਢ ਜਿਸ ਘਟਨਾ ਤੋਂ ਬੱਝਿਆ ਹੈ ਉਸ ਬਾਰੇ ਚਾਨਣਾ ਪਾਉਣ ਲਈ ਆਓ ਤੁਹਾਨੂੰ 1082 ਈਸਵੀ ਵਿੱਚ ਲੈ ਚੱਲਦੇ ਹਾਂ। ਆਓ ਨਾ ਫਿਰ। ਰਿਕਰਡਸ ਨਾਮ ਦੇ ਲੁਟੇਰੇ ਦੀ ਆਇਰਲੈਂਡ ਵਿੱਚ ਬਹੁਤ ਦਹਿਸ਼ਤ ਹੁੰਦੀ ਸੀ। ਉਹ ਨੋਟਿੰਗਮ, ਲੈਸਟਰ ਅਤੇ ਕਵੈਂਟਰੀ ਆਦਿਕ ਇੰਗਲੈਂਡ ਦੇ ਖੇਤਰਾਂ ਵਿੱਚ ਲੁੱਟਮਾਰ ਕਰਦਾ ਜਦੋਂ ਬਰਮਿੰਘਮ ਵਿਖੇ ਆਉਂਦਾ ਹੈ ਤਾਂ ਉਸ ਨੂੰ ਹਥਿਆਰਾਂ ਦੀ ਲੋੜ ਮਹਿਸੂਸ ਹੁੰਦੀ ਹੈ ਕਿਉਂਕਿ ਉਹਨਾਂ ਦੀਆਂ ਤਲਵਾਰਾਂ ਅਤੇ ਬਰਛੇ ਆਦਿਕ ਹਥਿਆਰ ਖੁੰਡੇ ਹੋ ਚੁੱਕੇ ਹਨ। ਵੈਸਟ ਬ੍ਰੋਮਿਚ ਵਿੱਚ ਉਦੋਂ ਇੱਕ ਵੱਡਾ ਸਾਰਾ ਦਰਵਾਜ਼ਾ ਬਣਿਆ ਹੁੰਦਾ ਸੀ ਜਿਸ ਨੂੰ ਮਿਡਲੈਂਡ ਦਾ ਗੇਟ ਵੀ ਆਖਦੇ ਸਨ। ਇਸ ਦਰਵਾਜ਼ੇ ਅੰਦਰ ਵੜਦਿਆਂ ਹੀ ਲੋਹਾਰਾਂ ਦੀ ਇੱਕ ਬਸਤੀ ਸੀ ਜਿਸ ਨੂੰ ਬਾਈ ਕਰਗੀ ਲੋਹਾ ਕੁੱਟ ਕਹਿੰਦਾ ਸੀ। ਉਹਨਾਂ ਦਾ ਮੁੱਖ ਕਿੱਤਾ ਲੋਹੇ ਨੂੰ ਢਾਲ ਕੇ ਸੰਦ ਅਤੇ ਔਜ਼ਾਰ ਬਣਾਉਣਾ ਹੋਇਆ ਕਰਦਾ ਸੀ। ਜਦੋਂ ਡਾਕੂ ਰਿਕਾਰਡਸ ਨੂੰ ਉਹਨਾਂ ਬਾਰੇ ਪਤਾ ਚੱਲਦਾ ਹੈ ਤਾਂ ਆਪਣੇ ਹਥਿਆਰ ਤਿੱਖੇ ਕਰਵਾਉਣ ਦੇ ਮਕਸਦ ਨਾਲ ਉਹ ਅੱਧੀ ਰਾਤ ਨੂੰ ਲੋਹਾਰਾਂ ਦੀ ਬਸਤੀ ਵਿੱਚ ਆ ਕੇ ਉਹਨਾਂ ਨੂੰ ਉਠਾਉਂਦਾ ਹੈ। ਲੋਹਾਰਾਂ ਦੇ ਸਰਦਾਰ ਦੀ ਇੱਕ ਬਹੁਤ ਖੂਬਸੂਰਤ ਕੁੜੀ ਹੁੰਦੀ ਹੈ ਐਲਿਸ, ਜਿਸ ਦਾ ਕੁਝ ਦਿਨ ਬਾਅਦ ਉਸਦੇ ਪ੍ਰੇਮੀ ਕਲੈਮੈਂਟਸ ਨਾਲ ਵਿਆਹ ਹੋਣਾ ਹੁੰਦਾ ਹੈ। ਐਲਿਸ ਅਤੇ ਕਲੈਮੈਂਟਸ ਦੀ ਉਸੇ ਸ਼ਾਮ ਮੰਗਣੀ ਹੋਈ ਹੁੰਦੀ ਹੈ। ਇਸ ਲਈ ਦੇਰ ਰਾਤ ਤੱਕ ਬਸਤੀ ਵਿੱਚ ਲੋਕ ਦਾਰੂ ਪੀ ਕੇ ਜਸ਼ਨ ਮਨਾਉਂਦੇ ਰਹੇ ਹੁੰਦੇ ਹਨ। ਸਾਰੇ ਲਾਹੌਰ ਥੱਕੇ ਹੋਣ ਕਰਕੇ ਰਿਕਾਰਡਸ ਨੂੰ ਉੱਠਣ ਤੋਂ ਜਵਾਬ ਦੇ ਦਿੰਦੇ ਹਨ। ਰਿਕਾਰਡਸ ਨੂੰ ਬਹੁਤ ਬੁਰਾ ਲੱਗਦਾ ਹੈ ਤੇ ਉਹ ਆਪਣੇ ਸਾਥੀਆਂ ਨਾਲ ਰਲ ਕੇ ਲੋਹਾਰਾਂ ਦੇ ਉੱਤੇ ਅਤਿਆਚਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਡਰਦੇ ਉਹ ਲੋਹਾਰ ਰਿਕਾਰਡਸ ਲਈ ਕੰਮ ਕਰਨ ਲੱਗ ਜਾਂਦੇ ਹਨ। ਪੱਠੀਆਂ ਤਪ ਜਾਂਦੀਆਂ ਹਨ। ਧੌਂਕਣੀਆਂ ਨੂੰ ਪੱਖੇ ਮਾਰਦਿਆਂ ਤੇ ਲਾਲ ਲੋਹੇ ਤੇ ਸੱਟ ਮਾਰਦਿਆਂ ਸਵੇਰ ਹੋ ਜਾਂਦੀ ਹੈ। ਸਵੇਰੇ ਤੱਕ ਰਿਕਾਰਡਸ ਐਲਿਸ ਦੇ ਹੁਸਨ ਬਾਰੇ ਉਹਨਾਂ ਤੋਂ ਬਹੁਤ ਕੁਝ ਸੁਣ ਚੁੱਕਾ ਹੁੰਦਾ ਹੈ। ਰਿਕਾਰਡਸ ਦੇ ਮਨ ਵਿੱਚ ਐਲਿਸ ਨੂੰ ਇੱਕ ਝਲਕ ਦੇਖਣ ਦੀ ਇੱਛਾ ਪੈਦਾ ਹੋ ਜਾਂਦੀ ਹੈ। ਉਹ ਐਲਿਸ ਦੇ ਘਰ ਜਾਂਦਾ ਹੈ ਤੇ ਐਲਿਸ ਦਾ ਹੁਸਨ ਦੇਖ ਕੇ ਲੁੱਟਿਆ ਜਾਂਦਾ ਹੈ। ਉਹ ਐਲਿਸ ਕੋਲ ਆਪਣੀਆਂ ਵਿਲਾਸੀ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ। ਕਿਰਾ ਮੂੰਹੋਂ ਬੋਲ ਕੇ ਕਹਿ ਦੇ ਕਿ ਮੈਂ ਤੇਰੀ ਹਾਂ, ਸਾਰੀ ਧਰਤੀ ਜਿੱਤ ਕੇ ਤੈਨੂੰ ਆਪਣੀ ਰਾਣੀ ਬਣਾ ਲੂੰ। ਕਿਰਾ ਇੱਕ ਵਾਰ ਮੂੰਹੋਂ ਬੋਲ ਕੇ ਕਹਿ ਦੇ ਕਿ ਮੈਂ ਤੇਰੀ ਹਾਂ, ਨਹੀਂ ਤਾਂ ਤੇਰੀ ਰਾਣੀ ਬਣਦੀ ਹੈ ਮੇਰੀ ਜੁੱਤੀ, ਨਹੀਂ ਤਾਂ ਕੀ, ਨਹੀਂ ਤੁਹਾਡੀਆਂ ਬਣਾਈਆਂ ਕਿਰਪਾਨਾਂ ਨਾਲ ਤੁਹਾਡੇ ਬੰਦਿਆਂ ਦੇ ਗਾਟੇ ਵੱਢ ਕੇ ਸਾਰੇ ਬਰੂਮ ਵੈਸਟ ਬ੍ਰੋਮਿਚ ਦੇ ਇਲਾਕੇ ਨੂੰ ਕਬਰਿਸਤਾਨ ਬਣਾ ਕੇ ਰੱਖ ਦੂੰ। ਇਹ ਐਲਿਸ ਉਸ ਨੂੰ ਬੇਇੱਜ਼ਤ ਕਰਕੇ ਦੁਰਕਾਰ ਦਿੰਦੀ ਹੈ। ਇਸ ਤੋਂ ਖਫਾ ਹੋ ਕੇ ਰਿਕਾਰਡਸ ਐਲਿਸ ਨਾਲ ਜ਼ਬਰਦਸਤੀ ਕਰਦਾ ਹੈ। ਬਸਤੀ ਵਾਲਿਆਂ ਤੇ ਰਿਕਾਰਡਸ ਦੇ ਸਾਥੀਆਂ ਦੀ ਕਹਿ-ਕਹਿ ਲੜਾਈ ਹੁੰਦੀ ਹੈ। ਸਾਰੇ ਲੋਹਾਰਾਂ ਨੂੰ ਰਿਕਾਰਡਸ ਦੇ ਡਾਕੂ ਮਾਰ ਦਿੰਦੇ ਹਨ। ਐਲਿਸ ਡਰਦੀ ਹੋਈ ਲੁਕ ਜਾਂਦੀ ਹੈ। ਰਿਕਾਰਡਸ ਦੇ ਡਾਕੂ ਐਲਿਸ ਦੇ ਮੰਗੇਤਰ ਨੂੰ ਬੰਦੀ ਬਣਾ ਕੇ ਸਰੋਪਸ਼ਾਰ ਨੂੰ ਲੈ ਜਾਂਦੇ ਹਨ। ਉਹ ਸੋਚਦੇ ਹਨ ਕਿ ਜ਼ਿੰਦਾ ਹੋਵੇਗੀ ਤਾਂ ਐਲਿਸ ਖੁਦ ਆਪਣੇ ਪ੍ਰੇਮੀ ਦੇ ਮਗਰ ਆਵੇਗੀ। ਐਲਿਸ ਨੂੰ ਜਦੋਂ ਇਹ ਪਤਾ ਲੱਗਦਾ ਹੈ ਤਾਂ ਉਹ ਰਾਹਾਂ ਵਿੱਚ ਭਟਕਦੀ ਹੋਈ ਭੁੱਖਣ ਪਾਣੀ ਆਪਣੀ ਜਾਨ ਗਵਾ ਦਿੰਦੀ ਹੈ। ਬਸਤੀ ਦੇ ਲੋਕਾਂ ਦੀਆਂ ਲਾਸ਼ਾਂ ਨੂੰ ਜਿੱਥੇ ਹੁੰਦੀਆਂ ਹਨ ਉੱਥੇ ਹੀ ਦਫਨਾ ਦਿੱਤਾ ਜਾਂਦਾ ਹੈ। ਉਹ ਬਸਤੀ ਵਾਲਾ ਸਾਰਾ ਸਥਾਨ ਕਬਰਿਸਤਾਨ ਵਿੱਚ ਤਬਦੀਲ ਹੋ ਜਾਂਦਾ ਹੈ। ਕਬਰਿਸਤਾਨ ਵਾਲਾ ਉਹ ਸਥਾਨ ਮੌਜੂਦਾ ਭੂਤਾਂ ਵਾਲੇ ਚੌਕ ਦੇ ਇਰਦ ਗਿਰਦ ਵਾਲਾ ਸਥਾਨ ਸੀ। ਜਿੱਥੇ ਪੁਰਾਣਾ ਦਰਵਾਜ਼ਾ ਹੁੰਦਾ ਸੀ ਉੱਥੇ ਹੁਣ ਡਿਊੜੀਦਾਰ ਦਰਵਾਜ਼ਾ ਬਣਿਆ ਹੋਇਆ ਹੈ।
ਪੁਰਾਣੇ ਅੰਗਰੇਜ਼ ਲੋਕਾਂ ਦਾ ਮੰਨਣਾ ਹੈ ਕਿ ਐਲਿਸ ਦੀ ਰੂਹ ਆਪਣੇ ਪ੍ਰੇਮੀ ਦੀ ਤਲਾਸ਼ ਵਿੱਚ ਅੱਜ ਵੀ ਭਟਕਦੀ ਫਿਰਦੀ ਹੈ। M5 ਮੋਟਰਵੇ ਦਾ ਪ੍ਰੋਜੈਕਟ 1955 ਵਿੱਚ ਉਲੀਕਿਆ ਗਿਆ ਸੀ ਤੇ 3 ਸਾਲ ਬਾਅਦ ਇਸ ਦਾ ਨਿਰਮਾਣ ਕਾਰਜ ਆਰੰਭ ਹੋਇਆ। ਯੋਜਨਾ ਮੁਤਾਬਕ ਭੂਤਾਂ ਵਾਲੇ ਚੌਕ ਵਿਖੇ ਸਥਿਤ ਕਬਰਸਤਾਨ ਨੂੰ ਸਾਫ਼ ਕਰਕੇ ਉੱਥੋਂ ਦੇ 3 ਮੀਲ ਦੂਰ ਸੈਂਟ ਵੈਲੀ ਵਿੱਚ ਨਵਾਂ ਕਬਰਸਤਾਨ ਬਣਾ ਦਿੱਤਾ ਗਿਆ। ਜੋ ਇੱਥੇ ਸੈਂਕੜੇ ਸਾਲਾਂ ਦਾ ਬਣਿਆ ਗੇਟ ਸੀ ਉਸ ਨੂੰ ਵੀ ਢਾਹ ਦਿੱਤਾ ਗਿਆ। ਭੂਤਾਂ ਵਾਲਾ ਚੌਕ ਵਾਲੀ ਜਗ੍ਹਾ ਦੇ ਉੱਤੋਂ ਦੀ ਮੋਟਰਵੇ ਲੰਘਣਾ ਸੀ। ਜਦੋਂ ਇੱਥੇ ਨਿਰਮਾਣ ਕਾਰਜ ਆਰੰਭ ਹੋਏ ਤਾਂ ਅਣਹੋਣੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਗਈਆਂ। ਸਭ ਤੋਂ ਪਹਿਲਾਂ ਤਾਂ ਮੋਟਰਵੇ ਦਾ ਅਸਲ ਨਕਸ਼ਾ ਹੀ ਗੁਆਚ ਗਿਆ। ਫਿਰ ਨਵਾਂ ਨਕਸ਼ਾ ਬਣਾਇਆ ਗਿਆ। ਉਸ ਤੋਂ ਬਾਅਦ ਜਿਹੜਾ ਵੀ ਸੰਬੰਧਿਤ ਅਧਿਕਾਰੀ ਇਸ ਮੋਟਰਵੇ ਦਾ ਕਾਰਜ ਮੁਕੰਮਲ ਕਰਵਾਉਣ ਆਉਂਦਾ ਉਸ ਨੂੰ ਕੁਝ ਨਾ ਕੁਝ ਹੋ ਜਾਂਦਾ, ਜਿਵੇਂ ਕਿਸੇ ਨੂੰ ਦਿਲ ਦਾ ਦੌਰਾ ਪੈ ਗਿਆ, ਕਿਸੇ ਦੀ ਲੱਤ ਟੁੱਟ ਗਈ, ਕਿਸੇ ਦਾ ਗੰਭੀਰ ਹਾਦਸਾ ਹੋ ਗਿਆ। ਇੱਥੋਂ ਤੱਕ ਕਿ ਕਾਰੀਗਰਾਂ ਅਤੇ ਮਜ਼ਦੂਰਾਂ ਦੇ ਜਾਂ ਤਾਂ ਸੰਦ ਟੁੱਟ ਜਾਂਦੇ ਜਾਂ ਰਾਤ ਨੂੰ ਗਾਇਬ ਹੋ ਜਾਂਦੇ। ਕਰੇਨਾਂ ਇੱਥੇ ਆ ਕੇ ਖਰਾਬ ਹੋ ਜਾਂਦੀਆਂ। ਬਹੁਤ ਸਾਰੇ ਅਧਿਕਾਰੀ ਬਦਲੇ ਤੇ ਸਭ ਹੱਥ ਖੜੇ ਕਰਕੇ ਚਲੇ ਗਏ। ਫਿਰ ਇੱਕ ਵਹਿਮੀ ਜਿਹੀ ਕਿਸਮ ਦਾ ਇੰਜੀਨੀਅਰ ਆਇਆ ਤੇ ਕਿਸੇ ਨੇ ਉਸ ਨੂੰ ਵੈਸਟ ਬ੍ਰੋਮਿਚ ਵਿਖੇ ਰਹਿੰਦੇ ਇੱਕ ਪੁਰਾਣੇ ਸਾਧ ਦੀ ਦੱਸ ਪਾਈ। ਉਹ ਬਿਰਧ ਸਾਧ ਕੋਲ ਗਿਆ ਤੇ ਸਾਧ ਨੇ ਉਸ ਨੂੰ ਦੱਸਿਆ ਕਿ ਜੇ ਉਹ ਇੱਥੇ ਭੂਤਾਂ ਦੀ ਯਾਦਗਾਰ ਵਜੋਂ ਕੋਈ ਕਬਰ ਜਾਂ ਇਮਾਰਤ ਬਣਾ ਦੇਵੇ ਤਾਂ ਮੋਟਰਵੇ ਬਣਨ ਵਿੱਚ ਵਿਘਨ ਨਹੀਂ ਪਵੇਗਾ। ਵਰਣਨਯੋਗ ਹੈ ਕਿ ਇਸ ਸਾਧ ਦਾ ਨਿਵਾਸ ਸਥਾਨ ਓਲਡ ਮੌਂਕ ਹਾਊਸ ਵਜੋਂ ਅੱਜ ਵੀ ਜਾਣਿਆ ਜਾਂਦਾ ਹੈ ਤੇ ਇਸ ਦੇ ਨਾਮ ਉੱਤੇ ਓਲਡ ਮੌਂਕ ਰੋਡ ਅੱਜ ਵੀ ਮੌਜੂਦ ਹੈ। ਉਸ ਅਧਿਕਾਰੀ ਨੇ ਪੁਰਾਣੇ ਗੇਟ ਦੀ ਥਾਂ ਮੌਜੂਦਾ ਗੇਟ ਬਣਵਾ ਕੇ ਚੌਕ ਬਣਵਾ ਦਿੱਤਾ ਅਤੇ ਮੋਟਰਵੇ ਨੂੰ ਥੋੜਾ ਟੇਢਾ ਕਰਕੇ ਪਾਸੇ ਦੀ ਕੱਢ ਲਿਆ। ਪੁਰਾਣੇ ਬਜ਼ੁਰਗ ਦੱਸਦੇ ਹਨ ਕਿ ਪਾਸੇ ਦੀ ਮੋਟਰਵੇ ਕੱਢਣ ਬਾਅਦ ਕੋਈ ਸਮੱਸਿਆ ਨਹੀਂ ਆਈ। ਇਉਂ ਕਾਫੀ ਲੰਬੇ ਅਰਸੇ ਬਾਅਦ M5 ਮੋਟਰਵੇ 1962 ਵਿੱਚ ਤਿਆਰ ਹੋ ਕੇ ਜਨਤਾ ਲਈ ਖੋਲ੍ਹਿਆ ਗਿਆ ਸੀ। ਕਾਲਜ ਦੇ ਦਿਨਾਂ ਦੀ ਗੱਲ ਹੈ। ਮੈਂ ਤੇ ਮੇਰਾ ਇੱਕ ਦੋਸਤ ਜਿੰਮੀ ਅਸੀਂ ਵੈਸਟ ਬ੍ਰੋਮਿਚ ਪ੍ਰਿੰਸ ਆਫ ਵੇਲਜ਼ ਪੱਬ ਵਿਖੇ ਬੈਠੇ ਪੀਂਦੇ ਸੀ। ਸਾਡੇ ਕੋਲ ਇੱਕ ਬੁੱਢਾ ਜਿਹਾ ਗੋਰਾ ਆ ਕੇ ਬੈਠ ਗਿਆ। ਹੁਣ ਪੂਰੀ ਤਰ੍ਹਾਂ ਤਾਂ ਯਾਦ ਨਹੀਂ ਭੂਤਾਂ ਵਾਲੇ ਚੌਕ ਦੀ ਕਿਵੇਂ ਗੱਲ ਚੱਲੀ, ਪਰ ਗੱਲ ਛੇੜ ਕੇ ਸਾਨੂੰ ਉਹ ਦੱਸਣ ਲੱਗ ਪਿਆ ਕਿ ਅੱਧੀ ਰਾਤ ਨੂੰ ਉਸ ਤੋਂ ਕਈ ਵਾਰ ਕਿਸੇ ਚੋਲਾ ਪਹਿਨੀ ਕੁੜੀ ਨੇ ਲਿਫਟ ਮੰਗੀ ਸੀ ਤੇ ਗੱਡੀ ਵਿੱਚ ਬੈਠਣ ਬਾਅਦ ਉਸ ਦਾ ਪਤਾ ਨਹੀਂ ਸੀ ਲੱਗਦਾ ਕਿ ਉਹ ਕਦੋਂ ਤੇ ਕਿੱਥੇ ਉਤਰ ਗਈ। ਅਜਿਹਾ ਉਸ ਨਾਲ ਅਨੇਕਾਂ ਵਾਰ ਵਾਪਰਿਆ। ਉਹ ਬਹੁਤ ਡਰ ਗਿਆ ਤੇ ਫਿਰ ਜਦੋਂ ਇੱਕ ਦਿਨ ਮੋਟਰਵੇ ਕੋਲ ਉਸਨੇ ਉਸ ਲੜਕੀ ਨੂੰ ਲਿਫਟ ਮੰਗਦਿਆਂ ਦੇਖਿਆ ਤਾਂ ਉਸਨੇ ਗੱਡੀ ਰੋਕਣ ਦੀ ਬਜਾਏ ਭਜਾ ਲਈ। ਕੁਝ ਦੇਰ ਬਾਅਦ ਉਸ ਨੂੰ ਮਹਿਸੂਸ ਹੋਇਆ ਕਿ ਉਸਦੀ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਉਸਦੀ ਇੱਕ ਲੱਤ ਟੁੱਟ ਗਈ। ਅਸੀਂ ਉਸਦੀ ਕਹਾਣੀ ਸਵਾਦ ਨਾਲ ਸੁਣੀ ਵੀ ਜਾਈਏ ਤੇ ਨਾਲੇ ਉਸ ਨੂੰ ਗਾਲਾਂ ਵੀ ਕੱਢੀ ਜਾਈਏ। ਸਾਲਾ ਅੰਧ ਵਿਸ਼ਵਾਸੀ ਜਿਹਾ। 11 ਵਜੇ ਅਸੀਂ ਪੱਬ ਚੋਂ ਨਿਕਲੇ ਤਾਂ ਕ੍ਰਿਸਮਸ ਦੇ ਦਿਨ ਹੋਣ ਕਰਕੇ ਪੁਲਿਸ ਸੜਕਾਂ ਤੇ ਫਿਰੇ। ਮੈਂ ਜਿੰਮੀ ਨੂੰ ਕਿਹਾ, ਓਏ ਤੂੰ ਗੱਡੀ ਚਲਾ, ਮੇਰੀ ਪੂਰਾ ਗੁਵਾ ਤੇ ਬੀਤੀ ਹੈ ਯਾਰ, ਤੂੰ ਚਲਾ ਲਾ ਗੱਡੀ। ਉਹ ਮੈਥੋਂ ਤਾਂ ਪੈਰਾਂ ਤੇ ਨਹੀਂ ਖੜ ਹੁੰਦਾ ਯਾਰ, ਤੂੰ ਗੱਡੀ ਚਲਾਉਣ ਨੂੰ ਕਹਿਣਾ। ਇੰਗਲੈਂਡ ਵਿੱਚ ਡਰਿੰਕ ਐਂਡ ਡਰਾਈਵਿੰਗ ਵਿੱਚ ਸਭ ਤੋਂ ਵੱਧ ਬੰਦੇ ਦਸੰਬਰ ਮਹੀਨੇ ਵਿੱਚ ਫੜੇ ਜਾਂਦੇ ਹਨ। ਅਸੀਂ ਫੈਸਲਾ ਇਹ ਕੀਤਾ ਕਿ ਗੱਡੀ ਉੱਥੇ ਛੱਡ ਕੇ ਘਰ ਨੂੰ ਪੈਦਲ ਯਾਤਰਾ ਕੀਤੀ ਜਾਵੇ। ਰਸਤੇ ਦਾ ਸਫ਼ਰ ਸੁਹਾਣਾ ਬਣਾਉਣ ਲਈ ਅਸੀਂ ਵਿਸਕੀ ਦੀ ਬੋਤਲ, ਕੋਕ ਤੇ ਗਲਾਸ ਖਰੀਦ ਲਏ। ਆਪਣੇ ਘਰਾਂ ਨੂੰ ਜਾਣ ਲਈ ਸਾਨੂੰ ਭੂਤਾਂ ਵਾਲਾ ਚੌਕ ਕੋਲ ਦੀ ਲੰਘਣਾ ਪੈਣਾ ਸੀ। ਭੂਤਾਂ ਵਾਲੇ ਚੌਕ ਤੋਂ ਪਹਿਲਾਂ ਇੱਕ ਪੈਟਰੋਲ ਸਟੇਸ਼ਨ ਆਉਂਦਾ ਤੇ ਅਸੀਂ ਉੱਥੇ ਖੜ ਕੇ ਇੱਕ ਪੈਗ ਗਲਾਸਾਂ ਵਿੱਚ ਸੱਟ ਲਿਆ। ਅੱਧਾ ਦਾ ਪੈਗ ਪੀਣ ਬਾਅਦ ਮੈਂ ਜਿੰਮੀ ਨੂੰ ਪੁੱਛਿਆ, ਓਏ ਤੂੰ ਭੂਤਾਂ 'ਚ ਵਿਸ਼ਵਾਸ ਕਰਦਾ? ਉਹ ਨਾ ਬਈ, ਆਪਣੇ ਤਾਂ ਤਰਕ ਸਿੰਘ ਸੋਚ ਹੈ, ਆਪਾਂ ਤਾਂ ਜਮਾਂ ਹੀ ਨਹੀਂ ਇਹਨਾਂ ਗੱਲਾਂ ਨੂੰ ਮੰਨਦੇ। ਤੂੰ ਬੇਲੀਆ? ਉਹ ਨਾ ਯਾਰ, ਨਾ ਕਿੱਥੇ। ਮੈਂ ਤਾਂ ਭਾਈ ਬੈਲੋਂ ਦੇ ਵਸ ਚੋਂ ਆ। ਭੂਤਾਂ ਤਾਂ ਸਾਡੇ ਕੋਲੋਂ ਦੀ ਨਹੀਂ ਲੰਘਦੀਆਂ। ਮੈਂ ਭਾਈ ਬੈਲੋਂ ਦੀ ਸਾਖੀ ਤੇ ਭਾਈ ਕੇ ਭਗਤੇ ਭੂਤਾਂ ਦੇ ਖੂਹ ਲਾਉਣ ਵਾਲੀ ਸਾਰੀ ਕਹਾਣੀ ਬਚਦਾ ਪੈਗ ਖਤਮ ਕਰਦੇ ਕਰਦੇ ਜਿੰਮੀ ਨੂੰ ਸੁਣਾ ਦਿੱਤੀ। ਉਹ ਕਾਫੀ ਜੋਸ਼ ਜਿਹਾ ਫੜ ਗਿਆ ਤੇ ਕਹਿੰਦਾ, ਆ ਫਿਰ ਅੱਜ ਗੋਰਿਆਂ ਦੀਆਂ ਭੂਤਾਂ ਕੱਢੀਏ। ਭੂਤਾਂ ਵਾਲੇ ਚੌਕ ਬੈਠ ਕੇ ਜੱਟ ਦਾਰੂ ਪੀਣਗੇ ਅੱਜ, ਆ ਜਾ ਫਿਰ। ਅਸੀਂ ਬੋਤਲ ਚੁੱਕ ਕੇ ਭੂਤਾਂ ਵਾਲੇ ਚੌਕ 'ਚ ਬਣੇ ਮਹਿਰਾਬ ਵਿੱਚ ਜਾ ਕੇ ਪੁੰਜੇ ਆਸਣ ਲਾ ਲਏ ਤੇ ਬੈਠ ਕੇ ਦਾਰੂ ਪੀਣ ਲੱਗੇ। ਬੋਤਲ ਖਾਲੀ ਕਰਕੇ 1-1:30 ਵਜੇ ਮੈਂ ਸੱਜੇ ਪਾਸੇ ਜਾਂਦੀ ਸੜਕ ਨੂੰ ਮੁੜ ਕੇ ਆਪਣੇ ਪਿੰਡ ਨੂੰ ਆ ਗਿਆ ਤੇ ਜਿੰਮੀ ਉੱਥੋਂ ਸਿੱਧਾ ਸੋਹਰ ਰੋਡ ਨੂੰ ਜਾਂਦੀ ਸੜਕ ਤੇ ਪੈ ਗਿਆ। ਅਗਲੇ ਦਿਨ 12-1 ਵਜੇ ਉੱਠ ਕੇ ਮੈਂ ਗੱਡੀ ਲੈਣ ਗਿਆ ਤਾਂ ਮੇਰੀ ਕਾਰ ਰੂਹ ਨਾਲ ਸਵਾਰ ਕੇ ਬੰਨੀ ਪਈ ਸੀ। ਸਾਰੇ ਸ਼ੀਸ਼ੇ ਟੁੱਟੇ ਤੇ ਵਿੱਚੋਂ ਟੇਪ ਗਾਇਬ। ਖੈਰ ਜੀ, ਕਾਰਾਂ ਦੇ ਹਸਪਤਾਲ ਦੇ ਕੇ ਘਰ ਆਇਆ ਤੇ ਜਿੰਮੀ ਨੂੰ ਫੋਨ ਕੀਤਾ। ਪਤਾ ਲੱਗਿਆ ਕਿ ਉਹ ਤਾਂ ਰਾਤ ਦਾ ਹਸਪਤਾਲ ਦਾਖਲ ਹੈ। ਹਸਪਤਾਲ?
ਉਸ ਨੂੰ ਰਾਤ ਨੂੰ ਕੋਈ ਗੱਡੀ ਵਾਲਾ ਲਤਾੜ ਕੇ ਭੱਜ ਗਿਆ ਸੀ। ਹਾਦਸਾ ਕਿਵੇਂ ਹੋਇਆ ਸੀ ਇਸ ਬਾਰੇ ਜਿੰਮੀ ਨੂੰ ਕੁਝ ਯਾਦ ਨਹੀਂ। ਹੁਣ ਇਸ ਘਟਨਾ ਨੂੰ ਦੋਨਾਂ ਤਰੀਕਿਆਂ ਨਾਲ ਲਿਆ ਜਾ ਸਕਦਾ ਹੈ ਕਿ ਜੇ ਅੰਧ ਵਿਸ਼ਵਾਸ ਵਾਲੇ ਪੱਖ ਤੋਂ ਦੇਖੀਏ ਤਾਂ ਸਾਡੇ ਉੱਤੇ ਸ਼ਰਾਬ ਪੀਣ ਕਾਰਨ ਸਾਡੇ ਨਾਲ ਇਹ ਹਾਦਸੇ ਵਾਪਰੇ ਸਮਝੇ ਜਾ ਸਕਦੇ ਹਨ। ਲੇਕਿਨ ਜੇ ਵਿਗਿਆਨਿਕ ਸੋਚ ਨਾਲ ਸੋਚੀਏ ਤਾਂ ਮੇਰੀ ਗੱਡੀ ਵਿੱਚੋਂ ਸਟੀਰੀਓ ਚੋਰੀ ਕਰਨ ਲਈ ਸ਼ੀਸ਼ਾ ਭੰਨਿਆ ਗਿਆ ਤੇ ਫਿਰ ਨਸ਼ੇੜੀਆਂ ਨੇ ਫਨ ਕਰਨ ਲਈ ਬਾਕੀ ਦੀ ਗੱਡੀ ਭੰਨੀ, ਜਾਂ ਫਿਰ ਹੋ ਸਕਦਾ ਹੈ ਕਿ ਮੇਰੇ ਨਾਲ ਕਿਸੇ ਲੱਗਦੀ ਵਾਲੇ ਨੇ ਜੇ ਗੱਡੀ ਭੰਨੀ ਹੋਵੇ ਤੇ ਚੋਰੀ ਦਿਖਾਉਣ ਲਈ ਟੇਪ ਕੱਢ ਲਈ ਹੋਵੇ। ਤੇ ਜਿੰਮੀ ਸ਼ਰਾਬੀ ਹੋਣ ਕਰਕੇ ਹੋ ਸਕਦਾ ਹੈ ਕਿ ਸੜਕ ਦੇ ਵਿਚਾਲੇ ਕਿਸੇ ਤੇਜ਼ ਚੱਲਦੀ ਕਾਰ ਮੂਹਰੇ ਆ ਗਿਆ ਹੋਵੇ ਤੇ ਡਰਾਈਵਰ ਨੇ ਘਬਰਾ ਕੇ ਜਾਂ ਬਚਣ ਲਈ ਭੱਜਣਾ ਬਿਹਤਰ ਸਮਝਿਆ ਹੋਵੇ। ਹਕੀਕਤ ਕੀ ਸੀ ਮੈਂ ਅੱਜ ਤੱਕ ਨਹੀਂ ਜਾਣਦਾ। ਹਾਂ, ਇੰਨਾ ਜ਼ਰੂਰ ਹੈ ਕਿ ਭੂਤਾਂ ਵਾਲੇ ਚੌਕ ਵੱਲ ਮੁੜ ਕੇ ਝਾਕਣ ਦੀ ਕਦੇ ਹਿੰਮਤ ਨਹੀਂ ਪਈ। ਮੇਰਾ ਭੂਤਾਂ ਵਾਲੇ ਇਸ ਚੌਕ ਬਾਰੇ ਲਿਖਣ ਦਾ ਮਕਸਦ ਅੰਧ ਵਿਸ਼ਵਾਸ ਪੈਦਾ ਕਰਨਾ ਨਹੀਂ, ਬਲਕਿ ਇੱਕ ਸਥਾਨ ਬਾਰੇ ਜਾਣਕਾਰੀ ਦੇਣਾ ਹੈ। ਭੂਤਾਂ ਵਾਲੇ ਚੌਕ ਜਾਂ ਭੂਤਾਂ ਦੇ ਹੋਣ ਜਾਂ ਨਾ ਹੋਣ ਬਾਰੇ ਕਰੇ ਫੈਸਲਾ ਤੁਹਾਡੇ ਉੱਤੇ ਛੱਡਦਾ ਹਾਂ ਜੀ। ਟਿਕਾਣਾ ਦੱਸ ਦਿੱਤਾ, ਜਦੋਂ ਮਰਜ਼ੀ ਭਰਮ ਕੱਢ ਲੈਣਾ ਮਿੱਤਰੋ ਜੀ। ਦੋਸਤੋ, ਇਹ ਸੀ ਬਲਰਾਜ ਸਿੰਘ ਸਿੱਧੂ ਜੀ ਦਾ ਲਿਖਿਆ ਹੋਇਆ ਲੇਖ ਭੂਤਾਂ ਵਾਲਾ ਚੌਕ, ਬਰਮਿੰਗਮ ਵਿੱਚ ਹੈ ਜੀ। ਜ਼ਿਆਦਾ ਡਿਟੇਲਸ ਪਤਾ ਕਰ ਲਿਓ ਜਾ ਕੇ। ਅੱਜ ਬਸ ਇੰਨਾ ਹੀ, ਮਿਲਦੇ ਹਾਂ ਫਿਰ ਕਦੇ ਨਵੀਂ ਜਾਣਕਾਰੀ ਲੈ ਕੇ, ਕੋਈ ਨਵਾਂ ਜਿਹਾ ਕਿੱਸਾ ਲੈ ਕੇ। ਉਦੋਂ ਤੱਕ ਲਈ ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਰੱਬ ਰਾਖਾ।